ऐसा सामने आता जो इलैक्शन आते हैं ड्रग शराब या होर दूसरी चीज़ां जिहड़ियां नशीले पदार्थ ने वो बड़े वंडे जाते हैं, ऐसा परसैप्शन है जी। तो क्या सर उहदे लई क्या रोड मैप तैयार किया गया? देखो जी, ਉਹਦੇ ਲਈ ਐਰਕੀ ਇਲੈਕਸ਼ਨ ਕਮਿਸ਼ਨ ਵੱਲੋਂ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਸਖਤੀ ਵਰਤੀ ਗਈ ਹੈਗੀ ਹੈ। ਹਰ ਗੱਡੀ ਦੀ ਚੈਕਿੰਗ ਕੀਤੀ ਜਾਏਗੀ ਔਰ ਉਹਨਾਂ ਦੇ ਵਿੱਚ ਕਿਸੇ ਕਿਸਮ ਦੀ ਕੋਈ ਕੈਸ਼, ਕੋਈ ਡਰੱਗਸ, ਇਸ ਤਰੀਕੇ ਦੀ ਕੋਈ ਜੇ ਚੀਜ਼ ਪਾਈ ਜਾਂਦੀ ਹੈ ਤੇ ਉਹਨਾਂ ਨੂੰ ਮੌਕੇ 'ਤੇ ਜ਼ਬਤ ਕੀਤਾ ਜਾਏਗਾ। ਔਰ ਇਹ ਗੱਲ ਪੱਕੀ ਹੈ ਕਿ ਜਿਹੜੇ ਬੰਦੇ 100% ਵੈਕਸੀਨੇਟਿਡ ਨੇ, ਸਟਾਫ ਚੋਣ ਦਾ ਉਹੀ ਲਗਾਇਆ ਜਾਏਗਾ। ਔਰ ਕਮਿਸ਼ਨ ਦੀਆਂ ਹਦਾਇਤਾਂ ਆ ਗਈਆਂ ਨੇ ਕਿ ਉਹਨਾਂ ਨੂੰ ਵੀ ਇੱਕ ਪ੍ਰੀਕਾਸ਼ਨਰੀ ਡੋਜ਼ ਜਿਹੜੀ ਹੈਗੀ ਹੈ, ਜਿਹੜੇ ਡਿਊ ਹੋਣਗੇ ਉਹਨਾਂ ਨੂੰ ਪ੍ਰੀਕਾਸ਼ਨਰੀ ਡੋਜ਼ ਵੀ ਦੇ ਦਿੱਤੀ ਜਾਏਗੀ ਸਾਰਿਆਂ ਨੂੰ। ਜਿੱਥੇ ਤੁਹਾਨੂੰ ਲੱਗ ਰਿਹਾ ਕਿ 1000 ਬੰਦੇ ਦੀ ਕਪੈਸਿਟੀ ਹੈ ਤੇ ਉੱਥੇ ਪਹਿਲਾਂ ਪਤਾ ਹੋਵੇ ਕਿ ਵੀ ਇੱਥੇ ਇਸ ਥਾਂ ਦੇ ਉੱਤੇ ਇੰਨੇ ਬੰਦੇ ਦੀ ਕਪੈਸਿਟੀ ਔਰ ਇੰਨੇ ਕੁ ਬੰਦੇ ਕੋਵਿਡ ਨੂੰ ਵੇਖਦੇ ਹੋਏ ਅਸੀਂ ਅਲਾਓ ਕਰਨੇ ਹੈ। ਲੇਕਿਨ ਜੇ ਬਿਨਾਂ ਪਰਮਿਸ਼ਨ ਤੋਂ ਕੋਈ ਕਰੇਗਾ ਉਹਦੇ 'ਤੇ ਫਿਰ ਉਹ ਮਾਡਲ ਕੋਡ ਦੀ ਵੀ ਉਲੰਘਣਾ ਹੈ ਔਰ ਸਾਡੇ ਜਿਹੜੇ ਐਕਸਪੈਂਡੀਚਰ ਆਬਜ਼ਰਵਰਸ ਹੈ ਉਹਨਾਂ ਨੂੰ ਵੀ ਇੱਕ ਕਿਸਮ ਦਾ ਉਹ ਡਿਫੀਟ ਕਰ ਰਹੇ, ਉਹਨਾਂ ਨੂੰ ਹਦਾਇਤਾਂ ਨੂੰ ਉਹਦੇ ਸੰਬੰਧੀ ਆਰਓ ਉਹਨਾਂ ਨੂੰ ਨੋਟਿਸ ਦੇਗਾ ਔਰ ਜਿੱਥੇ ਜਿਸ ਤਰ੍ਹਾਂ ਦਾ ਕੇਸ ਹੋਏਗਾ, ਜੇ ਉੱਥੇ ਕ੍ਰਿਮੀਨੈਲਿਟੀ ਬਣਦੀ ਹੈ ਤੇ ਕ੍ਰਿਮੀਨਲ ਪਰਚਾ ਦਰਜ ਹੋਏਗਾ। ਇਹ ਇਲੈਕਸ਼ਨ ਕੰਪਲੇਂਟ ਕਿਸੇ ਕਿਸਮ ਦੀ ਤੁਹਾਨੂੰ ਲੱਗਦੀ ਹੈ 1950 ਤੇ ਤੁਸੀਂ ਸਾਡੀ ਇਹ ਕੰਪਲੇਂਟ ਦਰਜ ਕਰਵਾ ਸਕਦੇ ਹੋ ਔਰ ਜੇ ਆਪਣਾ ਨਾਂ ਉਹ ਗੁਪਤ ਰੱਖਣ ਚਾਹੁੰਦਾ ਹੈਗਾ ਭਾਵੇਂ ਨਾ ਦੱਸੇ, ਲੇਕਿਨ ਜੇ ਕੋਈ ਸੂਚਨਾ ਦੇਣਾ ਚਾਹੁੰਦਾ ਦੇ ਸਕਦਾ। D4 न्यूज़ देख रहे तमाम दोस्तों को दीपक भंडारी का नमस्कार। पंजाब में विधानसभा चुनावों का ऐलान हो चुका है, 14 फरवरी को इलेक्शन होने हैं। रोड मैप क्या है? कोर्ट की ओर से भी सरकार को पूछा गया है कि इस बार ड्रग फ्री इलेक्शन कराने के लिए क्या तैयारियां की गई हैं। हमारे साथ हैं अमृतसर के डिप्टी कमिश्नर और मुख्य चुनाव अधिकारी गुरप्रीत सिंह खैरा। इनसे बात करते हैं। सर सत श्री अकाल जी। सत श्री अकाल जी। सर इलेक्शन डिक्लेयर हो गए हैं, ਕਰੋਨਾ ਨੂੰ ਲੈ ਕੇ ਪਹਿਲੇ ਤੇ ਸਰ ਕੁਝ ਗਾਈਡਲਾਈਨਸ ਤੁਹਾਡੇ ਜਾਰੀ ਕੀਤੀਆਂ ਗਈਆਂ, ਲੋਕ ਉਹਨੂੰ ਫੋਲੋ ਕਰ ਰਹੇ ਹੈ ਕਿ ਨਹੀਂ ਕਰ ਰਹੇ? ਦੇਖੋ ਜੀ, ਇਸ ਵਾਰੀ ਜਿਹੜੀ ਥਰਡ ਵੇਵ ਹੈ ਉਹਦੇ 'ਚ ਜਿਹੜਾ ਵੇਰੀਐਂਟ ਆਇਆ ਹੈ ਬਹੁਤ ਹੀ ਜ਼ਿਆਦਾ ਟਰਾਂਸਮਿਸਿਬਲ ਹੈ, ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈਗਾ। ਸੋ ਉਹਦੇ ਕਰਕੇ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਲੋਕ ਮਾਸਕ ਪਾਉਣ, ਜਨਤਕ ਥਾਵਾਂ 'ਤੇ ਜਿਹੜੇ ਵੈਕਸੀਨੇਟਡ ਲੋਕ ਨਹੀਂ ਹੈਗੇ ਉਹ ਨਾ ਜਾਣ ਔਰ ਇਹਦੇ ਲਈ ਅਸੀਂ ਜਿਹੜਾ ਹੈ ਸਾਰੇ ਨਾਕਿਆਂ 'ਤੇ ਪੁਲਿਸ ਨੂੰ ਵੀ ਹਦਾਇਤ ਕੀਤੀ ਹੈ। ਆਪਣੇ ਸਾਡੇ ਜਿਹੜੇ ਫਲਾਈਂਗ ਸਕੁਐਡਸ ਵਗੈਰਾ ਬਣੇ, ਈਵਨ ਉਹਨਾਂ ਨੂੰ ਵੀ ਕੋਵਿਡ ਗਾਈਡਲਾਈਨਸ ਲਈ ਕਿਹਾ ਵੀ ਹਰ ਬੰਦੇ ਨੂੰ ਉਹਦੇ ਵੈਕਸੀਨੇਸ਼ਨ ਦੇ ਰਿਕਾਰਡ ਬਾਰੇ ਪੁੱਛੋ, ਕਿਉਂਕਿ ਅੰਮ੍ਰਿਤਸਰ 'ਚ ਅਜੇ ਵੀ ਫਸਟ ਡੋਜ਼ 82% ਦੇ ਲਾਗੇ ਛਾਗੇ ਔਰ ਸੈਕਿੰਡ ਡੋਜ਼ ਸਾਡੀ 42 ਕੁਛ % ਦੇ ਲਾਗੇ ਛਾਗੇ ਹੋਈ ਹੈ। ਔਰ ਦੇਖਣ 'ਚ ਆਇਆ ਕਿ ਜਿਹੜੇ ਲੋਕ ਵੈਕਸੀਨੇਟਡ ਵੀ ਨੇ, ਭਾਵੇਂ ਇਨਫੈਕਸ਼ਨ ਉਹਨਾਂ ਨੂੰ ਵੀ ਹੋ ਰਹੀ ਹੈ ਲੇਕਿਨ ਉਹਨਾਂ ਨੂੰ ਲੱਛਣ ਬੜੇ ਮਾਈਲਡ ਆ ਰਹੇ ਆ। ਲੇਕਿਨ ਜਿਹੜੇ ਲੋਕ ਬਿਲਕੁਲ ਵੈਕਸੀਨੇਟਡ ਨਹੀਂ ਹੈ ਉਹਨਾਂ ਲਈ ਜਿਹੜੀਆਂ ਕੁਛ ਇੱਕ ਡੈਥਸ ਵੀ ਹੋ ਰਹੀਆਂ ਨੇ, ਸਾਨੂੰ ਉਹਨਾਂ ਲਈ ਜ਼ਿਆਦਾ ਫਿਕਰ ਹੈ। ਸੋ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਕੋਈ ਵੀ ਬੰਦਾ ਵੈਕਸੀਨੇਸ਼ਨ ਤੋਂ ਵਾਂਝਾ ਨਾ ਰਹੇ। ਸਾਡੇ ਆਲਮੋਸਟ 250 ਦੇ ਕਰੀਬ ਸੈਸ਼ਨ ਸਾਈਟਸ ਨੇ SMOs ਦੇ ਪੱਧਰ 'ਤੇ, ਸਾਡੇ ਜਿਹੜੇ ਪ੍ਰਾਇਮਰੀ ਹੈਲਥ ਸੈਂਟਰ ਨੇ, ਹਰ ਥਾਂ 'ਤੇ ਵੈਕਸੀਨੇਸ਼ਨ ਲੱਗ ਰਹੀ ਹੈ। ਈਵਨ ਮੇਰੀ ਬੇਨਤੀ ਹੈ ਸ਼ਹਿਰ ਦੇ ਕਾਉਂਸਲਰਸ, ਪਿੰਡਾਂ ਦੇ ਸਰਪੰਚਾਂ ਨੂੰ ਵੀ ਕਿ ਉਹ ਵੀ ਲੋਕਾਂ ਨੂੰ ਮੋਬਿਲਾਈਜ਼ ਕਰਨ ਔਰ ਵੈਕਸੀਨੇਸ਼ਨ ਜਿੰਨੀ ਜੰਗੀ ਪੱਧਰ 'ਤੇ ਆਪਾਂ ਲਵਾ ਸਕਦੇ ਉਹਨੂੰ ਲਗਵਾ ਲਈਏ ਤਾਂ ਕਿ ਕਿਸੇ ਕਿਸਮ ਦਾ ਕੋਈ ਹੁਣ ਜਾਨੀ ਨੁਕਸਾਨ ਨਾ ਹੋਵੇ। ਅੱਛਾ ਸਰ, ਕਿ ਕੋਰਟ ਨੇ ਵੀ ਪੁੱਛਿਆ ਸਰ ਸਰਕਾਰ ਨੂੰ ਵੀ ਡਰਗ ਫ੍ਰੀ ਇਲੈਕਸ਼ਨ, ਕਿਉਂਕਿ ਐਸਾ ਸਾਹਮਣੇ ਆਉਂਦਾ ਜਦੋਂ ਇਲੈਕਸ਼ਨ ਆਉਂਦੇ ਨੇ ਡਰਗ ਸ਼ਰਾਬ ਜਾਂ ਹੋਰ ਦੂਸਰੀਆਂ ਚੀਜ਼ਾਂ ਜਿਹੜੀਆਂ ਨਸ਼ੀਲੇ ਪਦਾਰਥ ਨੇ ਉਹ ਬੜੇ ਵੰਡੇ ਜਾਂਦੇ ਨੇ, ਐਸਾ ਪਰਸੈਪਸ਼ਨ ਹੈ ਜੀ। ਅਤੇ ਕਿਆ ਸਰ ਉਹਦੇ ਲਈ ਕਿਆ ਰੋਡ ਮੈਪ ਤਿਆਰ ਕੀਤਾ ਗਿਆ? ਦੇਖੋ ਜੀ, ਉਹਦੇ ਲਈ ਐਰਕੀ ਇਲੈਕਸ਼ਨ ਕਮਿਸ਼ਨ ਵੱਲੋਂ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਸਖਤੀ ਵਰਤੀ ਗਈ ਹੈਗੀ ਹੈ। ਉਹਦੇ ਲਈ ਸਾਡਾ ਬਾਰਡਰ ਸਿਕਿਉਰਿਟੀ ਫੋਰਸ ਦੇ ਜਿਹੜਾ ਤਕਰੀਬਨ 109 ਕਿਲੋਮੀਟਰ ਦਾ ਮੇਰਾ ਇੰਟਰਨੈਸ਼ਨਲ ਬਾਰਡਰ ਹੈ, ਸਾਰੇ ਹੀ ਕਮਾਂਡੈਂਟਸ DIG BSF ਅਤੇ SSP ਔਰ SHOs ਨਾਲ, ਸਾਡੀ SDMs ਨਾਲ ਜੁਆਇੰਟ ਅਸੀਂ ਮੀਟਿੰਗਸ ਵੀ ਕੀਤੀਆਂ ਨੇ। ਜਿਹੜੇ ਨਾਲ ਲੱਗਦੇ ਪਿੰਡ ਨੇ ਅਸੀਂ ਉੱਥੇ ਈਵਨ ਵਿਲੇਜ ਸਰਵੇਲੈਂਸ ਕਮੇਟੀਜ਼ ਵੀ ਬਣਾਈਆਂ ਨੇ, ਜੇ ਕੋਈ ਡਰੋਨ ਦੇ ਰਾਹੀਂ ਡਰੋਪਿੰਗ ਹੁੰਦੀ ਹੈ ਅਤੇ ਉਹਦੀ ਇਨਫੋਰਮੇਸ਼ਨ ਵਗੈਰਾ ਮਿਲੇ। ਸੋ ਇਹਦੇ ਨਾਲ ਸਾਰਿਆਂ ਨੂੰ ਅਸੀਂ SHO ਸਾਹਿਬਾਨ ਨੂੰ ਔਰ BSF ਅਥਾਰਟੀਜ਼ ਨੂੰ ਸਾਂਝੇ ਤੌਰ 'ਤੇ ਪੂਰੀ ਜ਼ਿਆਦਾ ਚੌਕਸੀ ਵਰਤਣ ਲਈ ਕਿਹਾ ਹੈ। ਔਰ ਤੁਸੀਂ ਦੇਖੋਗੇ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ RDX ਦੀ ਬਰਾਮਦਗੀ ਐਂਡ ਆਲ ਦੈਟ, ਉਹ ਸਾਡੀ ਪ੍ਰੋਐਕਟਿਵ ਅਪਰੋਚ ਹੀ ਹੈਗੀ ਹੈ ਫੋਰਸ ਦੀ ਹੁਣ, ਜਿਹਦੇ ਕਰਕੇ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਆ ਰਹੀਆਂ। ਦੂਸਰਾ, ਅਸੀਂ ਇਸ ਵੇਲੇ ਐਕਸਪੈਂਡੀਚਰ ਮੋਨੀਟਰਿੰਗ ਟੀਮਾਂ ਸਾਡੀਆਂ ਜਿਹੜੀਆਂ ਨੇ, ਜਿਹਦੇ 'ਚ ਸਾਡੇ ਫਲਾਈਂਗ ਸਕੁਆਡਸ ਨੇ, ਤਕਰੀਬਨ ਹਰ ਅਸੈਂਬਲੀ ਹਲਕੇ ਦੇ ਵਿੱਚ
3 ਫਲਾਈਂਗ ਸਕੁਐਡ ਐਟ ਏ ਟਾਈਮ ਔਰ 8-8 ਘੰਟੇ ਦੇ ਵਕਫੇ ਦੇ ਉੱਤੇ 24 ਘੰਟੇ ਤਕਰੀਬਨ 99 ਦੇ ਕਰੀਬ ਇਸ ਤਰੀਕੇ ਨਾਲ ਇਹ ਚੱਲ ਰਹੇ ਨੇ। ਇਹਨਾਂ ਦੀਆਂ ਗੱਡੀਆਂ ਦੇ ਉੱਤੇ ਕੈਮਰੇ ਲੱਗੇ ਹੋਏ ਨੇ ਔਰ ਸਾਡੇ ਕੰਟਰੋਲ ਰੂਮ 'ਚ ਅਸੀਂ ਪਿੱਛੋਂ ਇਹਨਾਂ ਨੂੰ ਮੋਨੀਟਰ ਕਰ ਰਹੇ ਹਾਂ, ਵਾਚ ਕਰ ਰਹੇ ਹਾਂ ਔਰ ਇਹ ਪੂਰੇ ਇਲਾਕਿਆਂ ਦੇ ਵਿੱਚ ਇਸ ਵੇਲੇ ਗੇੜਾ ਕੱਢ ਰਹੇ ਨੇ। ਜਿੱਥੇ ਕੋਈ ਸ਼ੱਕੀ ਸ਼ਰਾਬ ਦੀ ਜਾਂ ਇਹਦੇ ਬਾਰੇ ਇਨਫੋਰਮੇਸ਼ਨ ਇਹਨਾਂ ਨੂੰ ਮਿਲਦੀ ਹੈ ਉੱਥੋਂ ਤੱਕ ਇਹ ਪਹੁੰਚ ਕਰ ਰਹੇ ਆ। ਐਕਸਪੈਂਡੀਚਰ ਸੈਂਸਿਟਿਵ ਜਿਹੜੀਆਂ ਪੋਕਟਸ ਹੈਗੀਆਂ ਨੇ ਇਹ ਉਹਨਾਂ ਤੱਕ ਵੀ ਪਹੁੰਚ ਕਰ ਰਹੇ ਆ, ਭਾਵੇਂ ਉਹ ਸਲਮ ਏਰੀਆਜ਼ ਨੇ, ਤਾਂ ਕਿ ਲੋਕਾਂ ਨੂੰ ਪਤਾ ਹੋਵੇ ਕਿ ਇਸ ਵੇਲੇ ਇਲੈਕਸ਼ਨ ਕਮਿਸ਼ਨ ਦੀ ਮਸ਼ੀਨਰੀ ਦੀ ਅੱਖ ਇਹੋ ਜਿਹੇ ਸਾਰੇ ਥਾਵਾਂ 'ਤੇ ਹੈਗੀ ਹੈ। ਨੋਟੀਫਿਕੇਸ਼ਨ ਦੇ ਦਿਨ ਤੋਂ ਸਾਡੇ ਸਰਵੇਲੈਂਸ ਦੇ ਨਾਕੇ ਜਿਹੜੇ ਨੇ SST ਟੀਮਾਂ ਉਹ ਵੀ ਐਕਟੀਵੇਟ ਹੋ ਜਾਣੀਆਂ ਨੇ। ਉਹਦੇ ਵਿੱਚ ਹਰ ਥਾਂ 'ਤੇ ਇੱਕ ਸੀਨੀਅਰ ਮੈਜਿਸਟ੍ਰੇਟ ਨਾਲ ਹੋਏਗਾ, ਪਲੱਸ ਉਹਦੇ ਨਾਲ ਪੁਲਿਸ ਫੋਰਸ ਹੋਏਗੀ ਵਿਦ ਵੀਡੀਓਗ੍ਰਾਫੀ ਟੀਮ। ਹਰ ਗੱਡੀ ਦੀ ਚੈਕਿੰਗ ਕੀਤੀ ਜਾਏਗੀ ਔਰ ਉਹਨਾਂ ਦੇ ਵਿੱਚ ਕਿਸੇ ਕਿਸਮ ਦੀ ਕੋਈ ਕੈਸ਼, ਕੋਈ ਡਰੱਗਸ, ਇਸ ਤਰੀਕੇ ਦੀ ਕੋਈ ਜੇ ਚੀਜ਼ ਪਾਈ ਜਾਂਦੀ ਹੈ ਤੇ ਉਹਨਾਂ ਨੂੰ ਮੌਕੇ 'ਤੇ ਜ਼ਬਤ ਕੀਤਾ ਜਾਏਗਾ। ਇਲੈਕਸ਼ਨ ਕਮਿਸ਼ਨਰ ਨੇ ਜਿਹੜੇ ਪੰਜਾਬ ਦੇ, ਉਹਨਾਂ ਨੇ ਕਿ 40 ਕਰੋੜ ਰੁਪਏ ਦੇ ਕੁਝ ਐਸੀ ਚੀਜ਼ਾਂ ਫੜੀ ਗਈਆਂ, ਬਹੁਤ ਸਾਰੀ ਡਰੱਗਸ ਵੀ ਹੈ, ਸ਼ਰਾਬ ਵੀ ਹੈ। ਅੰਮ੍ਰਿਤਸਰ 'ਚ ਸਰ ਕਿੰਨੀ ਕੁ ਹਜੇ ਬਰਾਮਦਗੀ ਹੋਈ ਹੈ? ਅੰਮ੍ਰਿਤਸਰ ਦੇ ਵਿੱਚ ਵੀ ਸਾਡੀ ਇਲੀਗਲ ਜਿਹੜੀ ਲਿਕਰ ਹੈਗੀ ਹੈ ਜੀ, ਇਲਿਸਿਟ ਲਿਕਰ, ਉਹ ਤਕਰੀਬਨ ਸਾਡੇ ਕਾਫੀ ਬਰਾਮਦ ਹੋਈ ਹੈ। ਉਹਦੇ ਵਿੱਚ 5 ਬੰਦੇ ਅਰੈਸਟ ਹੋ ਚੁੱਕੇ ਨੇ ਔਰ ਤਕਰੀਬਨ 14 FIR ਦਰਜ ਹੋਈਆਂ ਨੇ ਔਰ ਮੇਰੇ ਕੋਲ ਫਿਗਰਸ ਵੀ ਹੈਗੀਆਂ ਨੇ, ਐਟ ਪ੍ਰੈਜ਼ੈਂਟ ਨਹੀਂ ਹੈ। 3600 ਕੁਛ ਜਿਹੜੇ ਲੀਟਰ ਦੇ ਲਗ ਸ਼ਕ ਇਲੀਗਲ ਜਿਹੜੀ ਉਹ ਹੋਈ ਹੈ ਔਰ ਈਵਨ RDX ਦੀ ਬਰਾਮਦਗੀ ਵੀ ਸਾਡੇ ਅਟਾਰੀ ਲਾਗੇ ਸਾਡੀ ਸਪੈਸ਼ਲ ਟਾਸਕ ਫੋਰਸ ਨੇ ਉਹਦੀ ਬਰਾਮਦਗੀ ਕੀਤੀ ਹੈਗੀ ਹੈ। ਔਰ ਜਿਹੜੀਆਂ ਬਾਕੀ ਅਸੀਂ ਤਕਰੀਬਨ 18-19 ਹਜ਼ਾਰ ਦੇ ਲਾਗੇ ਛਾਗੇ ਜਿਹੜੇ ਪੂਰੇ ਜ਼ਿਲ੍ਹੇ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਪੋਸਟਰਸ ਲੱਗੇ ਸੀ ਨਜਾਇਜ਼ ਤੌਰ 'ਤੇ, ਸ਼ਹਿਰ ਭਰਿਆ ਪਿਆ ਸੀ, ਉਹ 100% ਅਸੀਂ ਸਾਰੇ ਕੋਸ਼ਿਸ਼ ਕਰਕੇ ਰਿਮੂਵ ਕਰਵਾ ਦਿੱਤੇ ਹੈਗੇ ਨੇ ਜੀ। ਅੱਛਾ ਸਰ, ਇੱਕ ਸਰ ਦੇਖਣ 'ਚ ਆਇਆ ਕਿ ਲੋਕ ਸੂਚਨਾ ਦੇਣਾ ਚਾਹੁੰਦੇ ਆ ਵੀ ਕਿੱਥੇ ਗਏ, ਕਿਉਂਕਿ ਇਲੈਕਸ਼ਨ ਦੇ ਵਿੱਚ ਚਾਹੇ MP ਦਾ ਇਲੈਕਸ਼ਨ ਹੈ, ਚਾਹੇ ਵਿਧਾਨ ਸਭਾ ਹੈ, ਚਾਹੇ ਪੰਚਾਇਤਾਂ ਦਾ ਇਲੈਕਸ਼ਨ ਹੈ, ਪੈਸਾ, ਸ਼ਰਾਬ, ਡਰੱਗ ਪਾਣੀ ਦੀ ਤਰ੍ਹਾਂ ਬਹਾਇਆ ਜਾਂਦਾ ਹੈ। ਲੋਕ ਸੂਚਨਾ ਦੇਣ ਤੇ ਸਭ ਤੋਂ ਜਿਹੜੀ ਗੱਲ ਹੈ ਕਿ ਲੋਕਾਂ ਦਾ ਨਾਮ ਉਹਨਾਂ ਨੂੰ ਅਸ਼ੋਰ ਕੀਤਾ ਜਾਏ ਕਿ ਉਹਨਾਂ ਦਾ ਨਾਮ ਬਿਲਕੁਲ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਏਗਾ। ਉਹਦੇ ਲਈ ਤੁਹਾਡੇ ਵੱਲੋਂ ਕਿਆ ਇੰਤਜ਼ਾਮਾਤ ਕੀਤੇ ਗਏ? ਦੇਖੋ ਜੀ, ਸਾਡਾ ਇੱਕ 1950 ਇਹ ਇਲੈਕਸ਼ਨ ਕੰਪਲੇਂਟ ਕਿਸੇ ਕਿਸਮ ਦੀ ਤੁਹਾਨੂੰ ਲੱਗਦੀ ਹੈ 1950 ਤੇ ਤੁਸੀਂ ਸਾਡੀ ਇਹ ਕੰਪਲੇਂਟ ਦਰਜ ਕਰਵਾ ਸਕਦੇ ਆ, ਤਾਂ ਕਿ ਬੜਾ ਸੌਖਾ ਨੰਬਰ ਹੈ 1950 ਇਹਦੇ ਤੇ ਹਰ ਤਰ੍ਹਾਂ ਦੀ ਇਲੈਕਸ਼ਨ ਦੀ ਕੰਪਲੇਂਟ ਕੋਈ ਵੀ ਵਿਅਕਤੀ ਦਰਜ ਕਰਾ ਸਕਦਾ ਹੈਗਾ। ਔਰ ਜੇ ਆਪਣਾ ਨਾਂ ਉਹ ਗੁਪਤ ਰੱਖਣ ਚਾਹੁੰਦਾ ਹੈਗਾ ਭਾਵੇਂ ਨਾ ਦੱਸੇ, ਲੇਕਿਨ ਜੇ ਕੋਈ ਸੂਚਨਾ ਦੇਣਾ ਚਾਹੁੰਦਾ ਦੇ ਸਕਦਾ। ਆਪਣੇ ਹਲਕਾ RO ਨੂੰ, ਹਲਕਾ BLO ਨੂੰ, ਸਾਡੀਆਂ ਫਲਾਈਂਗ ਸਕੁਐਡ ਟੀਮਾਂ ਜਿਹੜੀਆਂ ਮੌਕੇ 'ਤੇ ਹੈਗੀਆਂ, ਜੇ ਸਿੱਧੇ ਉਹਨਾਂ ਤੋਂ ਵੀ ਉਹ ਜਾ ਕੇ ਦੱਸਣਾ ਚਾਹੁੰਦੇ ਨੇ ਦੱਸ ਸਕਦੇ ਨੇ, ਲੇਕਿਨ ਫੋਨ 'ਤੇ ਜੇ ਦੱਸਣਾ ਤਾਂ 1950 ਨੰਬਰ 'ਤੇ ਸਟ੍ਰੇਟਵੇ ਕੰਪਲੇਂਟ ਕਰ ਦੇਣ। ਅੱਛਾ ਸਰ, ਇਹ ਦੇਖਣ 'ਚ ਆਇਆ ਵੀ ਸ਼ਰਾਬ ਪਕੜੀ ਜਾਂਦੀ ਹੈ ਬਟ ਉਹ ਲੋਕ ਜ਼ਮਾਨਤ 'ਤੇ ਆ ਕੇ ਫਿਰ ਉਹੀ ਧੰਦਾ ਕਰਨ ਲੱਗ ਜਾਂਦੇ। ਕਿਆ ਇਲੈਕਸ਼ਨ ਕਮਿਸ਼ਨ ਇਸ ਵਾਰੀ ਸਖਤ ਹੋਇਆ ਜਾਂ ਕੋਰਟ ਤੋਂ ਕੁਝ ਸਪੈਸ਼ਲ ਨਿਰਦੇਸ਼ ਲਏ ਜਾ ਰਹੇ ਹਨ ਵੀ ਜਿਹੜੇ ਲੋਕ ਬਾਰ-ਬਾਰ ਇਹ ਕੰਮ ਕਰਦੇ ਨੇ, ਜਿਹੜੇ ਹੈਬਚੁਅਲ ਕ੍ਰਿਮੀਨਲ ਨੇ, ਜਿਹੜੇ ਰੂਟੀਨ 'ਚ ਇਹ ਕੰਮ ਕਰਦੇ, ਉਹਨਾਂ 'ਤੇ ਕੋਈ ਸਖਤੀ ਕੀਤੀ ਜਾਏ? ਉਹਨਾਂ 'ਤੇ ਇਸ ਤਰ੍ਹਾਂ ਹੈਗਾ ਜੀ, ਜਿਹਨਾਂ ਨੂੰ ਅਸੀਂ ਬੂਟ ਲੈਗਰਸ ਕਹਿੰਦੇ ਹਾਂ ਕਿ ਇਹ ਬੰਦੇ ਬਾਰ-ਬਾਰ ਕੋਈ ਪਰਿਵਾਰਾਂ ਦੇ ਪਰਿਵਾਰ ਹੀ ਇਸ ਕੰਮ 'ਚ ਲੱਗ ਜਾਂਦੇ ਨੇ ਔਰ ਬਾਰ-ਬਾਰ ਉਹਨਾਂ ਨੇ ਕੋਈ ਅੰਦਰ ਚਲੇ ਗਏ ਫਿਰ ਆ ਗਏ ਉਹੀ ਕੰਮ ਕਰੀ ਜਾਂਦੇ ਨੇ। ਸਪੈਸ਼ਲ ਤੌਰ 'ਤੇ 110 ਦੇ ਕਲੰਦਰੇ ਜੀ ਐਬਚੁਅਲ ਅਫੈਂਡਰਸ ਦੇ, ਉਹ ਪੁਲਿਸ ਨੂੰ ਹਦਾਇਤ ਕੀਤੀ ਗਈ ਹੈ ਕਿ ਇਹੋ ਜਿਹੇ ਲੋਕਾਂ ਦੇ ਵੱਧ ਤੋਂ ਵੱਧ ਇਹੋ ਜਿਹੇ ਕਲੰਦਰੇ ਤਿਆਰ ਕਰਕੇ ਸਬ ਡਿਵੀਜ਼ਨਲ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕਰਨ, ਤਾਂ ਕਿ ਉਹਨਾਂ 'ਤੇ ਆਉਣ ਵਾਲੇ 6-6 ਮਹੀਨੇ ਪੱਕੀ ਨਿਗਾਹ ਰੱਖੀ ਜਾਵੇ, ਉਹਨਾਂ ਦੀਆਂ ਪੇਸ਼ੀਆਂ ਪਾਈਆਂ ਜਾਣ, ਤਾਂ ਕਿ ਉਹ ਦੇਖਿਆ ਜਾਵੇ ਵੀ ਉਹ ਬੰਦੇ ਜਿਹੜੇ ਹੈਗੇ ਨੇ ਗਲਤ ਕੰਮ 'ਚ ਜਿਹੜੇ ਇਨਵੋਲਵ ਤਾਂ ਨਹੀਂ ਹੈ ਔਰ ਉਹਨਾਂ ਦੀਆਂ ਜ਼ਮਾਨਤਾਂ ਮੋਤਬਰ ਵਿਅਕਤੀਆਂ ਤੋਂ, ਉਹਨਾਂ ਦੀਆਂ ਪਰਸਨਲ ਬੌਂਡਸ ਉਹਨਾਂ ਤੋਂ ਭਰਾਏ ਜਾਂਦੇ ਆ ਔਰ ਜੇ ਕੋਈ ਬੌਂਡ ਬਰੀਚ ਕਰਦਾ ਹੈ ਤਾਂ ਫਿਰ ਉਹਨਾਂ ਨੂੰ ਉਨੇ ਚਿਰ ਵਾਸਤੇ ਅੰਦਰ ਭੇਜਿਆ ਜਾਂਦਾ, ਉਹ 'ਚ ਫਿਰ ਜ਼ਮਾਨਤ ਵੀ ਨਹੀਂ ਮਿਲਣੀ। ਸੋ ਇਸ ਤਰੀਕੇ ਨਾਲ ਕਲੰਦਰੇ ਨਵੇਂ ਤਿਆਰ ਕਰਵਾਏ ਜਾ ਰਹੇ ਆ ਜੀ ਇਹਨਾਂ ਕੋਲੋਂ 110 ਦੇ ਤਹਿਤ। ਸਰ ਟੋਟਲ ਬੂਥ ਕਿੰਨੇ ਨੇ ਤੇ ਕਿੰਨੇ ਸੈਂਸਿਟਿਵ ਬੂਥ ਨੇ, ਤੇ ਨਾਲ ਹੀ ਸਰ ਸਵਾਲ ਹੈ ਕਿ ਜਿਹੜੇ ਕ੍ਰਿਮੀਨਲਸ ਨੇ ਜਾਂ ਪੈਰੋਲ ਤੇ ਆਏ ਕ੍ਰਿਮੀਨਲਸ ਨੇ ਉਹਨਾਂ ਬਾਰੇ ਸਰ ਕਿਆ ਹੈ? ਦੇਖੋ ਜੀ, ਇਸ ਵੇਲੇ ਪੈਰੋਲ ਬੰਦ ਕਰ ਦਿੱਤੀ ਗਈ ਹੈ। ਜਿਹੜੇ ਵੀ ਕੋਈ ਬਾਹਰ ਇਹੋ ਜਿਹੇ ਕੋਈ ਸ਼ਿਕਾਇਤ ਆ ਰਹੀ ਉਹਨਾਂ ਦੀਆਂ ਪੈਰੋਲਸ ਅਸੀਂ ਕੈਂਸਲ ਵੀ ਕਰਾਂਗੇ। ਸਭ ਨੂੰ ਹਦਾਇਤ ਹੋਏਗੀ ਕਿ ਕੋਈ ਵੀ ਬੰਦਾ ਬਾਹਰ ਨਹੀਂ ਹੋਏਗਾ। ਸੋ ਨਵੀਆਂ ਪੈਰੋਲ ਤੇ ਦਿੱਤੀਆਂ ਨਹੀਂ ਜਾ ਰਹੀਆਂ। ਜਿੱਥੋਂ ਤੱਕ ਸਾਡੇ ਸਵਾਲ ਹੈਗਾ ਕਿ ਪੋਲਿੰਗ ਬੂਥ ਸਾਡੇ ਤਕਰੀਬਨ 2194 ਪੋਲਿੰਗ ਬੂਥ ਸੀਗੇ, ਜਿਨ੍ਹਾਂ 'ਚੋਂ ਕੁਛ ਇੱਕ ਆਕਜ਼ਿਲਰੀ ਪੋਲਿੰਗ ਬੂਥ 13 ਦੇ ਕਰੀਬ ਅਸੀਂ ਹੁਣ ਬਣਾ ਰਹੇ ਹੈਗੇ ਆ ਹੋਰ, ਔਰ ਉਹਦੇ ਵਿੱਚ 1136 ਦੇ ਆਸ-ਪਾਸ ਲੋਕੇਸ਼ਨਸ ਹੈਗੀਆਂ ਨੇ, ਜਿੱਥੇ ਕਈਆਂ ਥਾਵਾਂ 'ਤੇ 5 ਬੂਥ ਨੇ, ਕਈਆਂ ਥਾਵਾਂ 'ਤੇ 4 ਬੂਥ ਨੇ। ਸੋ ਇਸ ਤਰੀਕੇ ਨਾਲ ਉਹਨਾਂ ਦੇ 100% ਅਸ਼ੋਰਡ ਮਿਨੀਮਮ ਫੈਸਿਲਿਟੀ ਅਸੀਂ ਦੇ ਰਹੇ ਹੈਗੇ ਹਾਂ। PWD ਵੋਟਰਸ, 80 ਸਾਲ ਤੋਂ ਉਮਰ ਦੇ ਵੱਧ ਵੋਟਰਸ, ਕੋਵਿਡ,
ਇਹਨਾਂ ਸਾਰਿਆਂ ਵਾਸਤੇ ਪੋਸਟਲ ਬੈਲਟ ਦੀ ਸਪੈਸ਼ਲ ਸੁਵਿਧਾ ਹੈ ਉਹਨਾਂ ਨੂੰ ਦਿੱਤੀ ਜਾ ਰਹੀ ਹੈਗੀ ਹੈ। ਸੋ ਇਸ ਤਰੀਕੇ ਦੇ ਵੱਖਰੇ ਇੰਤਜ਼ਾਮ ਕੀਤੇ ਜਾ ਰਹੇ ਹੈਗੇ। ਔਰ ਪੰਜਾਬ ਦੇ ਵਿੱਚ ਅਸੀਂ ਆਪਣੇ ਅੰਮ੍ਰਿਤਸਰ ਦੇ ਵਿੱਚ ਇੱਕ ਸਪੈਸ਼ਲ ਪ੍ਰੋਗਰਾਮ ਜਿਹੜਾ ਹੈਗਾ ਉਹ ਲੀਕ ਰਹੇ ਹੈਗੇ ਆ, ਜਿਹਦੇ 'ਚ ਅਸੀਂ ਉਹਨੂੰ ਸਨਮਾਨ ਵਜੋਂ ਆਪਾਂ ਕਹਿ ਸਕਦੇ ਹਾਂ ਵੀ ਇੱਕ ਪ੍ਰੋਜੈਕਟ ਸਨਮਾਨ ਸ਼ੁਰੂ ਕੀਤਾ ਹੈ, ਜਿਹਦੇ 'ਚ ਆਓ ਵੋਟ ਪਾਉਣ ਚੱਲੀਏ ਦਾ ਨਾਅਰਾ ਦੇ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੁਛ ਇੱਕ ਬੂਥਾਂ 'ਤੇ ਯੰਗ ਵੋਟਰ ਆਪਣੇ PWD ਤੇ 80+ ਵੋਟਰ ਨੂੰ ਨਾਲ ਲੈ ਕੇ ਇੱਕ ਸਾਂਝੇ ਤੌਰ ਤੇ ਆਓ ਵੋਟ ਪਾਉਣ ਚੱਲੀਏ ਦੇ ਨਾਅਰੇ ਦੇ ਤਹਿਤ ਆਪ ਖੁਦ ਵੀ ਪਹਿਲੀ ਵਾਰੀ ਵੋਟ ਪਾਵੇ, ਆਪਣੇ ਬਜ਼ੁਰਗ ਔਰ PWD ਵੋਟਰ ਜਿਹੜੇ ਕੋਈ ਸਾਧਨ ਨਹੀਂ ਹੈ ਕੋਈ ਲੈ ਕੇ ਜਾਂਦਾ ਉਹਨਾਂ ਨੂੰ ਵੀ ਨਾਲ ਪ੍ਰੇਰ ਕੇ ਲੈ ਕੇ ਜਾਵੇ ਐਜ਼ ਅ ਟੀਮ। ਸੋ ਇਸ ਤਰ੍ਹਾਂ ਦਾ ਇੱਕ ਪ੍ਰੋਜੈਕਟ ਵੀ ਅਸੀਂ ਅੰਮ੍ਰਿਤਸਰ 'ਚ ਚਲਾ ਰਹੇ ਹਾਂ ਨਵੇਕਲਾ ਕਿਸਮ ਦਾ, ਤਾਂ ਕਿ ਇੱਕ ਸਾਂਝੇ ਤੌਰ ਤੇ ਬਜ਼ੁਰਗ ਉਹਨਾਂ ਨੂੰ ਆਪਣੇ ਐਕਸਪੀਰੀਅੰਸ ਰਾਹੀਂ ਦੱਸਣ, PWD ਨੂੰ ਇੱਕ ਸਾਥ ਮਿਲੇ ਔਰ ਯੰਗ ਵੋਟਰ ਨੂੰ ਜਿਹੜੇ ਕਿ ਆਲਰੇਡੀ ਉਤਸ਼ਾਹ 'ਚ ਨੇ ਪਹਿਲੀ ਵਾਰੀ ਵੋਟ ਪਾਉਣੀ ਉਹਨਾਂ ਨੂੰ ਇੱਕ ਜ਼ਿੰਮੇਵਾਰੀ ਦਾ ਹੋਰ ਅਹਿਸਾਸ ਹੋਵੇ। ਸੋ ਇਸ ਤਰੀਕੇ ਦਾ ਸਨਮਾਨ ਪ੍ਰੋਗਰਾਮ ਵੀ ਅਸੀਂ ਆਪਣੇ ਅੰਮ੍ਰਿਤਸਰ 'ਚ ਸਪੈਸ਼ਲੀ ਸ਼ੁਰੂ ਕਰ ਰਹੇ ਹਾਂ। ਅੱਛਾ ਸਰ, ਇੱਕ ਦੇਖਣਾ ਵੀ ਸਟਾਫ ਜਿਹੜਾ ਲਗਾਇਆ ਜਾਂਦਾ ਪੋਲਿੰਗ ਬੂਥਾਂ ਦੇ ਉੱਪਰ, ਕਾਫੀ ਸਾਰਾ ਸਟਾਫ ਸੁਣਨ 'ਚ ਆਇਆ ਕਿ ਵੈਕਸੀਨੇਟਡ ਨਹੀਂ ਹੈ, ਉਹਨੂੰ ਲੈ ਕੇ ਵੀ ਕਾਫੀ ਮੁਸ਼ਕਲ ਆ ਰਹੀ ਹੈ ਕਿ ਇਲੈਕਸ਼ਨ ਕਮਿਸ਼ਨ ਨੂੰ। ਨਹੀਂ ਜੀ, ਐਰਕੀ ਮੈਂ ਦੱਸ ਦਿੰਦਾ ਸਾਡੇ ਕੋਲ ਤਕਰੀਬਨ 15,000 ਕੁਛ ਮੁਲਾਜ਼ਮ ਸਾਨੂੰ ਇਲੈਕਸ਼ਨ ਲਈ ਚਾਹੀਦਾ ਹੈਗਾ ਔਰ 100% ਵੈਕਸੀਨੇਟਡ ਅਸੀਂ ਕੱਲ੍ਹ ਆਰਡਰਸ ਫਾਈਨਲ ਕਰ ਲਏ ਨੇ। ਡਬਲ ਵੈਕਸੀਨੇਸ਼ਨ ਜਿਨ੍ਹਾਂ ਦੀ ਹੋ ਚੁੱਕੀ ਹੈ ਉਹ 15,000 ਮੁਲਾਜ਼ਮ ਅਸੀਂ ਪਿਓਰਲੀ ਵੈਕਸੀਨੇਸ਼ਨ ਵਾਲੇ ਜਿਹੜੇ ਨੇ ਉਹਨਾਂ ਨੂੰ ਅਸੀਂ ਡਿਊਟੀ 'ਤੇ ਲਗਾ ਰਹੇ ਹਾਂ। ਕੁਛ ਇੱਕ ਬੰਦੇ ਰਹਿ ਗਏ ਸੀਗੇ ਜਿਹੜੇ ਅਨਵੈਕਸੀਨੇਟਡ ਸੀਗੇ ਜਾਂ ਜਿਨ੍ਹਾਂ ਦੀ ਸੈਕੰਡ ਡੋਜ਼ 1000 ਦੇ ਕਰੀਬ ਬੰਦੇ ਨੇ ਜਿਨ੍ਹਾਂ ਦੀ ਅਜੇ ਜਨਵਰੀ 'ਚ ਕੁਛ ਦੀ ਫਰਵਰੀ 'ਚ ਡਿਊ ਹੈਗੀ ਹੈ, ਉਹਨਾਂ ਨੂੰ ਅਸੀਂ ਮੇਨ ਸਟਰੀਮ 'ਚ ਅਜੇ ਨਹੀਂ ਪਾਇਆ, ਲੇਕਿਨ ਉਹਨਾਂ ਦੀ ਵੀ ਅਸੀਂ ਵੈਕਸੀਨੇਸ਼ਨ ਕਰਵਾ ਰਹੇ ਹਾਂ। ਔਰ ਇਹ ਗੱਲ ਪੱਕੀ ਹੈ ਕਿ ਜਿਹੜੇ ਬੰਦੇ 100% ਵੈਕਸੀਨੇਟਡ ਨੇ ਸਟਾਫ ਚੋਣ ਦਾ ਉਹੀ ਲਗਾਇਆ ਜਾਏਗਾ ਔਰ ਕਮਿਸ਼ਨ ਦੀਆਂ ਹਦਾਇਤਾਂ ਆ ਗਈਆਂ ਨੇ ਕਿ ਉਹਨਾਂ ਨੂੰ ਵੀ ਇੱਕ ਪ੍ਰੀਕਾਸ਼ਨਰੀ ਡੋਜ਼ ਜਿਹੜੀ ਹੈਗੀ ਹੈ, ਜਿਹੜੇ ਡਿਊ ਹੋਣਗੇ ਉਹਨਾਂ ਨੂੰ ਵੀ ਪ੍ਰੀਕਾਸ਼ਨਰੀ ਡੋਜ਼ ਵੀ ਦੇ ਦਿੱਤੀ ਜਾਏਗੀ ਸਾਰਿਆਂ ਨੂੰ। ਤੇ ਸਰ ਪੋਲਿੰਗ ਬੂਥ 'ਤੇ ਕੋਈ ਸਪੈਸ਼ਲ ਇੰਤਜ਼ਾਮਾਤ ਕੀਤੇ ਗਏ ਇਸ ਵਾਰੀ ਕਰੋਨਾ ਨੂੰ ਦੇਖਦੇ ਹੋ, ਕਿਉਂਕਿ ਕੱਲ੍ਹ ਵੀ 963 ਕੇਸ ਆ ਗਏ ਸੀ ਅੰਮ੍ਰਿਤਸਰ 'ਚ ਜੀ। ਦੇਖੋ ਜੀ, ਐਰਕੀ ਕੋਵਿਡ ਦੀ ਪਲੈਨਿੰਗ ਬਿਲਕੁਲ ਹਰ ਇੱਕ ਪੋਲਿੰਗ ਬੂਥ 'ਤੇ ਆਸ਼ਾ ਵਰਕਰ ਜਾਂ ਇਸ ਤਰੀਕੇ ਦੇ ਮਲਟੀਪਰਪਰ ਹੈਲਥ ਵਰਕਰਸ ਨੇ ਕੋਵਿਡ ਪਲੈਨਿੰਗ ਆਲਮੋਸਟ ਸਿਵਲ ਸਰਜਨ ਨੇ ਪੂਰੀ ਕੀਤੀ ਹੈ। ਸਾਰਾ ਉੱਥੇ ਈਵਨ ਬਾਇਓਮੈਡੀਕਲ ਵੇਸਟ ਕਿਸ ਤਰ੍ਹਾਂ ਇਕੱਠਾ ਕੀਤਾ ਜਾਣਾ ਹੈਗਾ ਹਰ ਇੱਕ ਪੋਲਿੰਗ ਸਟੇਸ਼ਨ ਤੋਂ, ਉਹਦੀ ਵੀ ਪੂਰਾ ਇੱਕ ਪਲਾਨ ਬਣੇਗਾ, ਰੂਟ ਪਲਾਨ। ਔਰ ਜੇ ਕੋਈ ਲੋਕ ਕੋਵਿਡ ਪੋਜ਼ਿਟਿਵ ਹੁੰਦੇ ਨੇ ਉਸ ਦਿਨ ਔਰ ਉਹ ਵੋਟ ਪਾਉਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਅਖੀਰਲੇ ਘੰਟੇ ਦੇ ਵਿੱਚ ਬਾਕੀਆਂ ਨਾਲੋਂ ਹਟ ਕੇ ਵੋਟ ਪਾਉਣ ਦਾ ਜਿਹੜਾ ਹੈਗਾ ਉਹ ਵੀ ਆਪਸ਼ਨ ਅਸੀਂ ਉਹਨਾਂ ਨੂੰ ਦੇਵਾਂਗੇ। ਸੋ ਇਸ ਤਰੀਕੇ ਦੀ ਸਾਰੀ ਕੋਵਿਡ ਪਲੈਨਿੰਗ ਜਿਹੜੀ ਹੈ ਹੋਵੇਗੀ ਔਰ ਉਹਦਾ ਇੱਕ ਕੋਵਿਡ ਪਲਾਨ ਸਿਵਲ ਸਰਜਨ ਨੇ ਤਿਆਰ ਕੀਤਾ ਹੈਗਾ। ਉਹਦੇ ਵਿੱਚ ਅਸੀਂ ਪੂਰੇ ਦੇ ਪੂਰੇ ਬੂਥਾਂ ਦੇ ਉੱਤੇ ਉਹਦੇ ਮੁਤਾਬਕ ਸਾਰੀ ਕਾਰਵਾਈ ਕਰਵਾਵਾਂਗੇ ਔਰ ਸਾਰੇ ਪ੍ਰੀਕਾਸ਼ਨਸ ਜੋ ਮਾਸਕ ਸੈਨੀਟਾਈਜ਼ਰਸ ਵਗੈਰਾ ਚਾਹੀਦੇ ਨੇ ਉਹ ਵੀ, ਈਵਨ ਜਿਹੜੀਆਂ ਟ੍ਰੇਨਿੰਗਸ ਵੀ ਹੋਣੀਆਂ ਨੇ ਉਹਦੇ 'ਚ ਮੈਂ ਦੱਸਣਾ ਚਾਹਾਂਗਾ, ਕਿਉਂਕਿ ਅਸੀਂ ਕੋਸ਼ਿਸ਼ ਕਰ ਰਹੇ ਸੀ ਪਹਿਲਾਂ ਸਟੈਗਰ ਕਰਕੇ ਕਰ ਲਈ। ਅਸੀਂ ਹੁਣ ਜਿਸ ਤਰ੍ਹਾਂ ਸਾਰੇ ਹਲਕਿਆਂ ਦੇ ਵਿੱਚ 800-900 ਅਸੀਂ ਵੰਡ ਕੇ ਬੰਦਿਆਂ ਨੂੰ ਕੋਸ਼ਿਸ਼ ਕੀਤੀ ਹੈ ਕਿ ਵੀ ਤਕਰੀਬਨ 850-900 ਬੰਦੇ ਹੋਣਗੇ। ਉਹਨਾਂ 'ਚ ਵੀ ਪ੍ਰੈਜ਼ਾਈਡਿੰਗ ਅਫਸਰ ਲੇਡੀਜ਼ ਦੇ ਅਸੀਂ 150 ਸੇ 200 ਦੇ ਛੋਟੇ ਗਰੁੱਪ ਬਣਾ ਕੇ ਅਸੀਂ ਉਹਨਾਂ ਨੂੰ ਅਲੱਗ-ਅਲੱਗ ਕਲਾਸਾਂ 'ਚ ਹਾਜ਼ਰੀ ਲਵਾ ਕੇ ਉੱਥੇ ਟ੍ਰੇਨਿੰਗ ਕਰਕੇ ਤੇ ਸਟੈਗਰਡ ਵੇ ਨਾਲ ਅਸੀਂ ਉਹਨਾਂ ਨੂੰ ਛੱਡਾਂਗੇ ਤਾਂ ਕਿ ਇੱਕ ਕਿਸਮ ਦਾ ਬਹੁਤ ਜ਼ਿਆਦਾ ਇਕੱਠ ਜਿਹਾ ਨਾ ਹੋਵੇ। ਔਰ ਜਿੱਥੇ ਵੀ ਇਹ ਚੀਜ਼ ਹੋਏਗੀ ਉੱਥੇ ਅਸੀਂ ਨਾਲ ਵੈਕਸੀਨੇਸ਼ਨ ਐਕਸਟਰਾ ਡੋਜ਼ ਪਲੱਸ ਮਾਸਕ ਪਲੱਸ ਸੈਨੀਟਾਈਜ਼ਰ ਇਹ ਸਾਰੀਆਂ ਚੀਜ਼ਾਂ ਦਾ ਅਸੀਂ ਧਿਆਨ ਰੱਖਾਂਗੇ। ਔਰ ਵੈਸੇ ਵੀ ਜਿੰਨੇ ਸਟਾਫ ਆ ਰਿਹਾ ਉਹ ਪੂਰੇ ਵੈਕਸੀਨੇਟਡ ਆਲਰੇਡੀ ਹੈਗੇ ਨੇ ਸਾਰੇ। ਅੱਛਾ, ਐਕਸਪੈਂਡੀਚਰ ਨੂੰ ਲੈ ਕੇ ਜਿਵੇਂ ਕਿਹਾ ਜਾ ਰਿਹਾ ਕਿ 40 ਲੱਖ ਰੁਪਏ ਦੀ ਸ਼ਾਇਦ ਲਿਮਿਟ ਹੈ ਜੀ, ਤੇ 40 ਲੱਖ ਰੁਪਏ ਸਰ ਨਜ਼ਰ ਕਿਸ ਤਰ੍ਹਾਂ ਰੱਖੀ ਜਾਏਗੀ, ਉਹਦੀ ਕਿਵੇਂ ਕੈਲਕੂਲੇਟ ਕੀਤਾ ਜਾਏਗਾ? ਆਫਿਸ ਕਿੰਨੇ ਲੋਕ ਬੈਠਦੇ ਹੈ, ਕੋਈ ਲੰਗਰ ਲਗਾ ਰਿਹਾ ਜਾਂ ਉਹਦੇ ਕਿਸ ਤਰ੍ਹਾਂ ਬੈਨਰਸ ਲੱਗ ਰਹੇ ਨੇ, ਇਹਨੂੰ ਕਿਸ ਤਰ੍ਹਾਂ ਕੈਲਕੂਲੇਟ ਕਰਨਗੇ ਸਰ? ਇਸ ਤਰ੍ਹਾਂ ਹੈਗਾ ਜੀ, ਜੋ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੇ ਹਰ ਕੈਂਡੀਡੇਟ ਨੂੰ ਆਪਣਾ ਇੱਕ ਸੈਪਰੇਟ ਬੈਂਕ ਅਕਾਊਂਟ ਖੋਲ੍ਹਣਾ ਪਏਗਾ। ਨੰਬਰ 1, ਜੋ ਵੀ ਚੋਣ ਦਾ ਖਰਚਾ ਹੋਏਗਾ ਉਹਦੇ ਰਾਹੀਂ ਹੋਏਗਾ। 10,000 ਤੋਂ ਵੱਧ ਦਾ ਕੋਈ ਖਰਚਾ ਉਹ ਚੈੱਕ ਰਾਹੀਂ ਹੋਏਗਾ, ਉਹ ਕੈਸ਼ ਨਹੀਂ ਕੀਤਾ ਜਾ ਸਕਦਾ। ਜਦੋਂ ਨੋਮੀਨੇਸ਼ਨ ਫਾਈਲ ਕਰਾਉਣਗੇ ਹਰ ਇੱਕ RO ਨੇ ਉਹਨਾਂ ਨੂੰ ਐਕਸਪੈਂਡੀਚਰ ਦੇ ਰਜਿਸਟਰਸ ਮਿਲਣਗੇ। ਉਹਨਾਂ ਨੇ ਉਹਨਾਂ ਦੇ ਵਿੱਚ ਜਿਹੜਾ ਵੀ ਉਹ ਖਰਚਾ ਕਰ ਰਹੇ ਨੇ ਉਹਦੇ 'ਚੋਂ ਲਿਖਣਗੇ। 3 ਵਾਰੀ ਐਕਸਪੈਂਡੀਚਰ ਆਬਜ਼ਰਵਰ ਉਹਨਾਂ ਦੀ ਟਾਈਮ ਟੂ ਟਾਈਮ ਇਨਸਪੈਕਸ਼ਨ ਹੋਏਗੀ। ਇੱਕ ਤੇ ਕੈਂਡੀਡੇਟ ਖੁਦ ਆਪਣਾ ਦੱਸਣਗੇ। ਸਾਡੇ ਕੋਲ ਜਦੋਂ ਕੈਂਡੀਡੇਟ ਕੋਈ ਬਣ ਜਾਏਗਾ ਸਾਡੀਆਂ ਆਪਣੀਆਂ ਵੀ ਜਿਹੜੀਆਂ ਟੀਮਾਂ ਨੇ ਉਸ ਕੈਂਡੀਡੇਟ ਦਾ ਦਫ਼ਤਰ ਕਿੱਥੇ ਹੈ, ਰੈਲੀਆਂ ਕਿੰਨੀਆਂ ਕਰ ਰਿਹਾ ਹੈ, ਉਹਨਾਂ ਦੇ ਪੋਸਟਰ ਕਿੰਨੇ ਛਾਪੇ ਗਏ ਨੇ, ਉਹਨਾਂ ਦੀ ਸਾਰੀ ਇਨਫੋਰਮੇਸ਼ਨ ਉਹਨਾਂ ਕੋਲ ਵੀ ਉਹ ਲੈਣਗੇ। ਸਾਡੀਆਂ ਵੀਡੀਓ ਵਿਊਇੰਗ ਟੀਮਸ ਨੇ ਜਿਹੜੀਆਂ ਬਾਹਰ ਰੈਲੀਆਂ ਜੇ ਇਜਾਜ਼ਤ ਜਦੋਂ ਹੋ ਜਾਏਗੀ ਜਾਂ ਛੋਟੀਆਂ ਮੀਟਿੰਗਾਂ ਤੇ ਉਹਨਾਂ ਦੀਆਂ ਵੀਡੀਓਗ੍ਰਾਫੀ ਕਰਨਗੇ।
ਗੱਡੀਆਂ ਦੀ ਵੀਡੀਓਗ੍ਰਾਫੀ ਹੋਏਗੀ, ਪੋਸਟਰਸ ਦੀ, ਔਰ ਉਤੋਂ ਸਾਡੀਆਂ ਪਿੱਛੇ ਦੀਆਂ ਟੀਮਾਂ ਬੈਠੀਆਂ ਨੇ ਉਹਦੇ ਤੋਂ ਖਰਚਾ ਕੈਲਕੂਲੇਟ ਕਰਨਗੀਆਂ। ਸਾਡੀਆਂ ਅਕਾਊਂਟਿੰਗ ਟੀਮਾਂ ਹਿਸਾਬ ਕਿਤਾਬ ਰੱਖਣਗੀਆਂ ਤੇ ਇੱਕ ਸ਼ੈਡੋ ਆਬਜ਼ਰਵੇਸ਼ਨ ਰਜਿਸਟਰ ਬਣਾਏ ਜਾਣਗੇ ਤਾਂ ਕਿ ਜੋ ਕੈਂਡੀਡੇਟ ਦੱਸ ਰਿਹਾ ਹੈ ਆਰਓ ਨੂੰ, ਆਰਓ ਦੇ ਕੋਲ ਆਪਣੇ ਇੱਕ ਸ਼ੈਡੋ ਆਬਜ਼ਰਵੇਸ਼ਨ ਰਜਿਸਟਰ ਬਣ ਰਹੇ ਨੇ ਕਿ ਉਹ ਉਹਦੇ ਨਾਲ ਮਿਲਾਨ ਕਰ ਸਕਣ ਕਿ ਵੀ ਜੋ ਸਾਡੀਆਂ ਟੀਮਾਂ ਦੱਸ ਰਹੀਆਂ ਨੇ ਜੇ ਇਹ ਦੱਸ ਰਹੇ ਉਹਨਾਂ 'ਚ ਫਰਕ ਤਾਂ ਨਹੀਂ ਹੈਗਾ। ਉਹਨੂੰ ਦੇਖਦੇ ਹੋਏ ਸਾਰਾ ਖਰਚਾ ਬੁੱਕ ਕੀਤਾ ਜਾਏਗਾ ਔਰ ਇੱਕ ਇੱਕ ਕੈਂਡੀਡੇਟ ਦਾ ਪੂਰਾ ਐਕਸਪੈਂਡੀਚਰ ਸਟੇਟਮੈਂਟਸ ਹਿਸਾਬ ਕਿਤਾਬ ਬਣੇਗਾ, ਜਿਹੜਾ ਕਿ ਅਲਟੀਮੇਟਲੀ ਇਲੈਕਸ਼ਨ ਤੋਂ ਬਾਅਦ 'ਚ ਹਰ ਇੱਕ ਕੈਂਡੀਡੇਟ ਦਾ ਹਿਸਾਬ ਪੂਰਾ ਬਣ ਕੇ ਚੋਣ ਕਮਿਸ਼ਨ ਕੋ ਜਾਏਗਾ। ਔਰ ਉਸ ਤੋਂ ਬਾਅਦ 'ਚ ਤੁਸੀਂ ਹੁਣ ਵੀ ਦੇਖੋ ਕਿ 10A ਦਾ ਇੱਕ ਪ੍ਰੋਵੀਜ਼ਨ ਹੈ ਜਿਹਦੇ ਤਹਿਤ ਜੇ ਕੋਈ ਵਿਅਕਤੀ ਆਪਣਾ ਐਕਸਪੈਂਡੀਚਰ ਕਿਸੇ ਪ੍ਰੋਪਰ ਮੈਨਰ ਦੇ ਨਾਲ ਜਿਹੜਾ ਮੇਨਟੇਨ ਕਰਨਾ ਉਹ ਨਹੀਂ ਕਰਦਾ ਤੇ ਉਹਨਾਂ ਦੀ ਉਹ ਡਿਸਕੁਆਲੀਫਿਕੇਸ਼ਨ ਵੀ ਕਰ ਦਿੰਦੇ ਨੇ ਤੇ ਅਗਲੇ ਵਾਰੀ ਉਹ ਇਲੈਕਸ਼ਨ ਫਿਰ ਨਹੀਂ ਲੜ ਸਕਦਾ ਜੇ ਕਿਸੇ ਨੇ ਐਕਸਪੈਂਡੀਚਰ ਦਾ ਹਿਸਾਬ ਤਾਂ ਪੂਰਾ ਨਹੀਂ ਦਿੱਤਾ। ਸੋ ਬੜੀ ਸਖਤ ਹਦਾਇਤਾਂ ਔਰ ਸਿਸਟਮ ਫੂਲ ਪ੍ਰੂਫ ਸਿਸਟਮ ਬਣਿਆ ਹੈ ਜੀ ਇਹਦੇ ਵਾਸਤੇ। ਤੁਸੀਂ ਕਿਹਾ ਜੀ ਅਗਲਾ ਇਲੈਕਸ਼ਨ ਨਹੀਂ ਲੜ ਸਕਦਾ ਤੇ ਕਿਆ ਇਹ ਵਾਲਾ ਇਲੈਕਸ਼ਨ ਵੀ ਕੈਂਸਲ ਹੋ ਸਕਦਾ ਜੇ ਉਹ ਵੱਧ ਹੈ ਉਸ ਐਕਸਪੈਂਡੀਚਰ ਤੋਂ? ਉਹਦੇ ਤੇ ਇਹ ਹੈ ਜੀ ਜਦੋਂ ਉਹਨਾਂ ਨੇ ਦੇਣਾ ਹੈ, ਬਿਕੋਜ਼ ਇਸ ਇਲੈਕਸ਼ਨ ਦਾ ਤੇ ਪ੍ਰੋਸੈਸ ਚੱਲ ਰਿਹਾ ਹੈਗਾ, ਲੇਕਿਨ ਇਹ ਹੁੰਦਾ ਹੈ ਕਿ ਅਗਲੀਆਂ ਇਲੈਕਸ਼ਨਾਂ 'ਤੇ ਉਹਦਾ ਇਫੈਕਟ ਪੈਂਦਾ ਹੈਗਾ ਕਿਉਂਕਿ ਹੁਣ ਤੇ ਜਦੋਂ ਇਲੈਕਸ਼ਨ ਹੋ ਰਹੀ ਉਹਨੇ ਆਪਣਾ ਹਿਸਾਬ ਕਿਤਾਬ ਦੱਸਣਾ ਹੈ ਔਰ ਜੇ ਉਹ ਨਹੀਂ ਦੱਸਦਾ ਬਾਈ ਚਾਂਸ ਕੋਈ ਕੰਪਲਾਈ ਵਿਦ ਨਹੀਂ ਕਰਦਾ ਉਹਨਾਂ ਦੀਆਂ ਸਾਰੀਆਂ ਗੱਡੀਆਂ ਦੀਆਂ ਪਰਮਿਸ਼ਨਾਂ, ਉਹਨਾਂ ਦੀਆਂ ਰੈਲੀ ਦੀਆਂ ਪਰਮਿਸ਼ਨਾਂ ਉਹ ਸਾਰੀਆਂ ਕੈਂਸਲ ਕਰਤੀਆਂ ਜਾਣਗੀਆਂ। ਕਿਸੇ ਕਿਸਮ ਦੀ ਉਹਨਾਂ ਨੂੰ ਚੋਣ ਕਮਿਸ਼ਨ ਵੱਲੋਂ ਕੋਈ ਪਰਮਿਸ਼ਨ ਨਹੀਂ ਦਿੱਤੀ ਜਾਏਗੀ ਕੋਈ ਵੀ ਸੁਵਿਧਾ ਲੈਣ ਦੀ। ਅੱਛਾ ਸਰ, ਇੱਕ ਜਿਵੇਂ ਤੁਹਾਡੇ ਵੱਲੋਂ ਇਸ ਵਾਰੀ ਸਰ ਰੈਲੀਆਂ ਫਿਕਸ ਕਰਤੀਆਂ ਗਈਆਂ ਵੀ ਕਿੱਥੇ ਕਿੱਥੇ ਰੈਲੀਆਂ ਇੱਕ ਸਪੌਟ ਫਿਕਸ ਕਰਤੇ ਕਿ ਜੇ ਮੰਨ ਲਓ ਉਹਦਾ ਕੋਈ ਉਲੰਘਣ ਕਰਦਾ ਉਹਦੇ ਦੀ ਵੀ ਸਰ ਕੋਈ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਹੈਗੀ ਕਿ ਇਹਦਾ ਕੈਂਡੀਡੇਚਰ ਰੱਦ ਕੀਤਾ ਜਾਵੇ ਜਾਂ ਉਹਦੇ ਉੱਪਰ ਕੋਈ ਮਾਮਲਾ ਦਰਜ ਕਰਾਇਆ ਜਾਂਦਾ ਜੀ? ਉਹਦੇ ਵਿੱਚ ਇਹ ਹੈ ਜਗ੍ਹਾ ਫਿਕਸ ਕਰਨ ਦਾ ਮਤਲਬ ਤੇ ਇਹ ਸੀ ਕਿ ਅਸੀਂ ਹਰ ਇੱਕ ਆਰਓ ਨੂੰ ਕਿਹਾ ਸੀ ਕਿ ਕੁਝ ਥਾਵਾਂ ਚੁਣ ਲਓ ਜਿੱਥੇ ਤੁਹਾਨੂੰ ਲੱਗ ਰਿਹਾ ਕਿ 1000 ਬੰਦੇ ਦੀ ਕਪੈਸਿਟੀ ਹੈ ਤੇ ਉੱਥੇ ਪਹਿਲਾਂ ਪਤਾ ਹੋਵੇ ਕਿ ਵੀ ਇੱਥੇ ਇਸ ਥਾਂ ਦੇ ਉੱਤੇ ਇੰਨੇ ਬੰਦੇ ਦੀ ਕਪੈਸਿਟੀ ਔਰ ਇੰਨੇ ਕੁ ਬੰਦੇ ਕੋਵਿਡ ਨੂੰ ਵੇਖਦੇ ਹੋਏ ਅਸੀਂ ਅਲਾਉ ਕਰਨੇ ਹੈ ਔਰ ਉਹ ਪਰਮਿਸ਼ਨ ਹਰ ਇੱਕ ਨੂੰ ਦੇਣੀ ਹੈ ਭਾਵੇਂ ਉਹ ਕੋਈ ਵੀ ਪਾਰਟੀ ਦੇ ਨਾਲ ਸੰਬੰਧਿਤ ਹੋਵੇ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਜੇ ਕੋਈ ਕਿਤੇ ਹੋਰ ਗਰਾਊਂਡ 'ਚ ਕਰਨਾ ਚਾਹੁੰਦਾ ਤੇ ਉਹ ਲਿਸਟ 'ਚ ਨਹੀਂ ਹੈਗੀ ਉਹ ਆਰਓ ਸ਼ਾਮਲ ਵੀ ਕਰਵਾ ਸਕਦਾ ਹੈ। ਸਵਾਲ ਇਹ ਹੈ ਵੀ ਜਿਹੜੀ ਵੀ ਗਰਾਊਂਡ ਹੋਊਗੀ ਉਹ ਹਰ ਪਾਰਟੀ ਨੂੰ ਪਹਿਲ ਦੇ ਆਧਾਰ ਤੇ ਫਸਟ ਕਮ ਫਸਟ ਸਰਵ ਤੇ ਮਿਲਣੀ ਹੈ, ਲੇਕਿਨ ਜੇ ਬਿਨਾਂ ਪਰਮਿਸ਼ਨ ਤੋਂ ਕੋਈ ਕਰੇਗਾ ਉਹਦੇ ਤੇ ਫਿਰ ਉਹ ਮਾਡਲ ਕੋਡ ਦੀ ਵੀ ਉਲੰਘਣਾ ਹੈ ਔਰ ਸਾਡੇ ਜਿਹੜੇ ਐਕਸਪੈਂਡੀਚਰ ਆਬਜ਼ਰਵਰਸ ਹੈ ਉਹਨਾਂ ਨੂੰ ਵੀ ਇੱਕ ਕਿਸਮ ਦਾ ਉਹ ਡਿਫੀਟ ਕਰ ਰਹੇ ਉਹਨਾਂ ਨੂੰ ਹਦਾਇਤਾਂ ਨੂੰ ਉਹਦੇ ਸੰਬੰਧੀ ਆਰਓ ਉਹਨਾਂ ਨੂੰ ਨੋਟਿਸ ਦੇਗਾ ਔਰ ਜਿੱਥੇ ਜਿਸ ਤਰ੍ਹਾਂ ਦਾ ਕੇਸ ਹੋਏਗਾ ਜੇ ਉੱਥੇ ਕ੍ਰਿਮੀਨੈਲਿਟੀ ਬਣਦੀ ਹੈ ਤੇ ਕ੍ਰਿਮੀਨਲ ਪਰਚਾ ਦਰਜ ਹੋਏਗਾ, ਜੇ ਵਾਇਲੇਸ਼ਨ ਹੈਗੀਆਂ ਤੇ ਵਾਇਲੇਸ਼ਨ ਦੇ ਨੋਟਿਸ ਦੇ ਕੇ ਉਹਨਾਂ ਕੋਲ ਜਵਾਬ ਰਿਕਾਰਡ ਤੇ ਲਿਆ ਜਾਏਗਾ ਤੇ ਜੇ ਐਕਸਪੈਂਡੀਚਰ ਦੇ ਮੁਤਲਕਾ ਹੈਗਾ ਤੇ ਉਹ ਸਾਰੇ ਦਾ ਸਾਰਾ ਐਕਸਪੈਂਡੀਚਰ ਬੁੱਕ ਕੀਤਾ ਜਾਏਗਾ। ਸੋ ਇਹ ਸਾਰੀਆਂ ਹਦਾਇਤਾਂ। ਅੱਛਾ ਸਰ, ਇੱਕ ਹੁਣੇ ਬਿਕਰਮ ਸਿੰਘ ਮਜੀਠੀਆ ਦੇ ਉੱਪਰ ਮਾਮਲਾ ਦਰਜ ਹੋਇਆ ਹੈ ਜਿਹੜਾ ਅੰਮ੍ਰਿਤਸਰ ਆ ਕੇ ਕੋਵਿਡ-19 ਨੂੰ, ਸਰ ਉਹਦੇ ਮਾਮਲੇ 'ਚ ਕਿਆ ਗ੍ਰਿਫਤਾਰੀ ਵੀ ਹੋ ਸਕਦੀ ਹੈ ਜਾਂ ਕੀ ਹੋ ਸਕਦਾ ਦੀ ਉਹਦੇ 'ਚ? ਇਹ ਲੋਕ ਜਾਣਨਾ ਚਾਹੁੰਦੇ ਹਨ ਕਿਉਂਕਿ ਬਹੁਤ ਵੱਡੀ ਗੱਲ ਹੈ ਕਿ ਕਿਸੇ ਐਕਸ ਕੈਬਨਿਟ ਮਿਨਿਸਟਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੋਵੇ। ਇਸ ਤਰ੍ਹਾਂ ਜੀ ਜਿਹੜੇ ਵੀ ਦੋ ਤਰ੍ਹਾਂ ਦੇ ਅਫੈਂਸ ਹੁੰਦੇ ਨੇ, ਕੋਗਨੀਜ਼ੇਬਲ ਤੇ ਨਾਨ ਕੋਗਨੀਜ਼ੇਬਲ ਅਫੈਂਸ। ਕਈ ਜਿਹੜੇ ਹੈਗੇ ਨੇ ਬੇਲੇਬਲ ਹੁੰਦੇ ਨੇ ਤੇ ਕਈ ਨਾਨ ਬੇਲੇਬਲ। ਜਿਹੜੇ ਵੀ ਪ੍ਰੋਵੀਜ਼ਨਸ ਨੇ ਇਹ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਕਿਹੜੇ ਪ੍ਰੋਵੀਜ਼ਨਸ ਨੇ ਜਿਨ੍ਹਾਂ ਦੇ ਤਹਿਤ ਇਹ ਮਾਮਲਾ ਦਰਜ ਹੋਇਆ ਹੈਗਾ। ਸੋ ਜੇ ਇਹ ਤੇ ਬੇਲੇਬਲ ਨੇ ਤੇ ਫਿਰ ਇਹਦੇ ਵਿੱਚ ਅਰੈਸਟ ਦੀ ਲੋੜ ਨਹੀਂ ਹੈ, ਲੇਕਿਨ ਸਰਟਨਲੀ ਟੂ ਕੋਰਟ ਹੋ ਕੇ ਇਹਨਾਂ ਦੀ ਜਵਾਬਦੇਹੀ ਤੇ ਅਦਾਲਤ 'ਚ ਫਿਕਸ ਹੋਏਗੀ। ਅੱਛਾ ਸਰ, ਲਾਸਟ ਵਾਲਾ ਜੀ ਸਰ, ਨੋਮੀਨੇਸ਼ਨ ਫਾਈਲਿੰਗ ਕਦੋਂ ਹੈ ਤੇ ਵਾਪਸ ਲੈਣ ਵਾਸਤੇ ਕਿਆ ਤੇ ਉਹਦੇ ਲਈ ਸਰ ਕਿਆ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ? ਉਹਦਾ ਸਾਡਾ ਸ਼ੈਡਿਊਲ ਹੈਗਾ ਜਿਸ ਤਰ੍ਹਾਂ 21 ਨੂੰ ਨੋਟੀਫਿਕੇਸ਼ਨ ਹੋ ਜਾਣੀ ਹੈਗੀ ਹੈ, ਫਿਰ ਉਸ ਤੋਂ ਬਾਅਦ ਸ਼ਾਇਦ ਵਿਡਰਾਲ ਇਹਨਾਂ ਦਾ ਮੇਰੇ ਖਿਆਲ ਲਾਸਟ ਡੇਟ 31 ਦੀ ਕੋਈ ਸਿੰਬਲ 3 ਵਜੇ ਤੱਕ ਜਾਂ ਕੁਝ ਵਿਡਰਾਲ ਹੈ, ਉਸ ਤੋਂ ਬਾਅਦ 'ਚ ਸ਼ਾਮ ਸਿੰਬਲ ਅਲਾਟਮੈਂਟ ਹੈਗੀ ਹੈ। ਇਸ ਤਰੀਕੇ ਦਾ ਪੂਰਾ ਸਾਡਾ ਸ਼ੈਡਿਊਲ ਬਣਿਆ ਹੈਗਾ ਕਿ 21 ਤਰੀਕ ਨੂੰ ਨੋਟੀਫਿਕੇਸ਼ਨ ਤੋਂ ਬਾਅਦ 'ਚ ਨੋਮੀਨੇਸ਼ਨ ਸਟਾਰਟ ਹੋ ਜਾਏਗਾ, 28 ਸ਼ਾਇਦ ਲਾਸਟ ਡੇਟ ਹੋਏਗੀ। ਇਸ ਤਰੀਕੇ ਦਾ ਸਾਰਾ ਕੈਲੰਡਰ ਅਸੀਂ ਬਣਾਇਆ ਹੈਗਾ, ਉਹ ਅਸੀਂ ਜਾਣਕਾਰੀ ਵਾਸਤੇ ਤੁਹਾਨੂੰ ਦੱਸ ਵੀ ਦੇਵਾਂਗੇ ਕਿ ਕੀ ਸ਼ੈਡਿਊਲ ਹੈ ਪੂਰਾ। ਸਰ ਤੁਸੀਂ ਕੋਈ ਵੋਟਰਾਂ ਨੂੰ ਜਾਗਰੂਕ ਕਰਨਾ ਚਾਹੋ ਕਿਉਂਕਿ ਦੇਖਿਆ ਜਾਂਦਾ ਵੀ ਕਈ ਸਾਰੇ ਲੋਕ ਜਿਹੜੇ ਖਾਸ ਕਰਕੇ ਸ਼ਹਿਰੀ ਹੈ ਗ੍ਰਾਮੀਣ ਲੋਕਾਂ ਨੂੰ ਪਿੱਛੇ ਹੈ, ਵੋਟ ਪਾਉਣ ਨਹੀਂ ਜਾਂਦੇ, ਛੁੱਟੀ ਇੰਜੋਏ ਕਰਦੇ ਉਸ ਦਿਨ। ਦੇਖੋ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਇਹ ਬੇਨਤੀ ਹੈ ਸਾਰਿਆਂ ਨੂੰ ਕਿ ਇਹ ਇੱਕ ਐਸਾ ਮੌਕਾ ਹੈ ਜਿੱਥੇ ਹਰ ਇੱਕ ਨਾਗਰਿਕ ਨੂੰ ਆਪਣਾ ਵੋਟ ਦਾ ਉਹਦਾ ਅਖਤਿਆਰ ਹੈ, ਉਹਨੂੰ ਇੱਕ ਕਿਸਮ ਦੀ ਇੱਕ ਸਰਕਾਰ ਚੁਣਨ ਦੇ ਵਿੱਚ ਉਹਨੂੰ ਮੌਕਾ ਮਿਲਦਾ ਹੈ ਵੀ ਆਪਣੀ ਉਸ ਤਾਕਤ ਦਾ ਇਸਤੇਮਾਲ ਕਰੇ। ਪਹਿਲਾਂ ਨਾਲੋਂ ਹੁਣ ਕਾਫੀ ਲੋਕਾਂ 'ਚ ਜਾਗਰੂਕਤਾ ਆ ਗਈ ਹੈ। ਅਸੀਂ ਵੀ ਸਵੀਪ ਪ੍ਰੋਗਰਾਮ ਦੇ ਤਹਿਤ ਪਿੰਡ ਜਾ ਕੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਹੈ। ਸੋ ਮੇਰੀ ਇਹੀ ਬੇਨਤੀ ਹੈ, ਬਨਿਸਬਤ ਅਸੀਂ ਦੇਖਿਆ ਵੀ ਈਵਨ ਪਿੰਡਾਂ ਵਾਲੇ ਵੋਟ ਜ਼ਿਆਦਾ ਪਾਉਂਦੇ ਨੇ, ਸ਼ਹਿਰਾਂ ਦੇ ਵਿੱਚ ਵੋਟ ਪਰਸੈਂਟੇਜ ਘੱਟ ਹੁੰਦੀ ਹੈ। ਸੋ ਸਾਡੀ ਇਹੀ ਬੇਨਤੀ ਹੈ ਕਿ ਅਸੀਂ ਵੱਧ ਤੋਂ ਵੱਧ ਯੰਗ ਵੋਟਰਸ ਨੂੰ ਐਰਕੀ ਇਨਰੋਲ ਕੀਤਾ ਹੈਗਾ
ਤਾਂ ਕਿ ਅੱਗੇ ਪਹਿਲਾਂ ਯੰਗ ਵੋਟਰਸ ਕਈ ਵਾਰੀ ਵੋਟ ਤੋਂ ਰਹਿ ਹੀ ਜਾਂਦੇ ਸੀ, ਅਸੀਂ ਤਾਂ ਬਕਾਇਦਾ ਕਾਲਜਾਂ ਜਾ ਕੇ 18+ ਵਾਲਿਆਂ ਨੂੰ ਸਾਰਿਆਂ ਨੂੰ ਇਨਵੋਲਵ ਕੀਤਾ, ਮੁਹੱਲਿਆਂ ਤੱਕ ਸਵੀਪ ਪ੍ਰੋਗਰਾਮ ਚਲਾਏ ਨੇ। ਔਰ ਉਮੀਦ ਹੈ ਕਿ ਸਾਡੀ ਵੋਟ ਪਰਸੈਂਟੇਜ ਪਹਿਲਾਂ ਨਾਲੋਂ ਹੁਣ ਫਿਰ ਹੋਰ ਵੀ ਵਧੇਗੀ। ਔਰ ਲੋਕਾਂ ਨੂੰ ਇਹੀ ਅਪੀਲ ਹੈ ਕਿ ਵੋਟ ਵਾਲੇ ਦਿਨ ਮੇਰੇ ਖਿਆਲ ਸਭ ਤੋਂ ਅਹਿਮ ਕੰਮ ਜੇ ਕੋਈ ਹੈ ਉਦਣ ਹੈ ਤੇ ਉਦਣ ਇਹ ਵਾਲਾ ਕੰਮ ਹੈ। ਸੋ ਜਿਹੜਾ ਜਿੱਥੇ ਵੋਟ ਪਾ ਸਕਦਾ ਹੈ ਉਹ ਵੋਟ ਪਾਉਣ ਦੀ ਕੋਸ਼ਿਸ਼ ਕਰੇ। ਜਿਹੜੇ ਕਿਤੇ ਦੂਰ ਬੈਠੇ ਨੇ ਉਹ ਪੋਸਟਲ ਬੈਲਟ ਦਾ ਇਸਤੇਮਾਲ ਕਰਨ। ਫੋਰ ਐਗਜ਼ਾਮਪਲ ਜਿਸ ਤਰ੍ਹਾਂ ਮੈਂ ਖੁਦ ਹੈ, ਮੇਰੀ ਵੋਟ ਜਲੰਧਰ 'ਚ ਬਣੀ ਹੈ, ਸੋ ਮੈਂ ਉਦਣ ਫਿਰ ਉਹ ਨਹੀਂ ਜਾ ਪਾਊਂਗਾ ਤੇ ਮੈਂ ਆਪਣਾ ਪੋਸਟਲ ਬੈਲਟ ਮੰਗਵਾ ਰਿਹਾ ਕਿ ਤਾਂ ਕਿ ਮੈਂ ਆਪਣੀ ਵੋਟ ਪੋਸਟਲ ਬੈਲਟ ਦੇ ਰਾਹੀਂ ਉੱਥੇ ਯੂਜ਼ ਕਰਾਂ। ਮੁਲਾਜ਼ਮਾਂ ਨੂੰ ਵੀ ਅਸੀਂ ਸਾਰਿਆਂ ਨੂੰ ਪੋਸਟਲ ਬੈਲਟ ਦੇ ਰਹੇ ਹਾਂ ਤਾਂ ਕਿ ਇਹ ਨਾ ਹੋਵੇ ਵੀ ਉਹ ਆਪਣੀ ਡਿਊਟੀ 'ਚ ਆਪਣਾ ਵੋਟ ਦਾ ਹੱਕ ਭੁੱਲ ਜਾਣ। ਸੋ ਜਿਹਨੂੰ ਜਿੱਥੇ ਔਰ ਜਿਹੜਾ ਵਿਅਕਤੀ ਵੋਟ ਆਪਣੇ ਬੂਥ 'ਚ ਪਾਉਣ ਜਾ ਸਕਦਾ ਹੈਗਾ ਉਹ ਉਦਣ ਆਪਣੇ ਬੂਥ 'ਚ ਜ਼ਰੂਰ ਵੋਟ ਪਾਉਣ ਜਾਵੇ। ਕੋਵਿਡ ਦੇ ਮਾਸਕ ਵਗੈਰਾ ਲਾ ਕੇ ਜਾਣ, ਸੋਸ਼ਲ ਡਿਸਟੈਂਸਿੰਗ ਦੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ। ਆਪਾਂ ਨੂੰ ਹੁਣ ਸਾਰਿਆਂ ਨੂੰ ਪਤਾ ਹੈ, ਆਪਾਂ ਕਰੋਨਾ ਦਾ ਬਿਹੇਵੀਅਰ ਜਿਹੜੇ ਬੰਦੇ ਨੇ ਪ੍ਰੀਕਾਸ਼ਨ ਲੈ ਕੇ ਕੁਛ ਕਰ ਲੈਣਾ, ਕਿਸੇ ਕਿਸਮ ਦੀ ਡਰਨ ਦੀ ਲੋੜ ਹੈ ਨਹੀਂ। ਲੇਕਿਨ ਇਸ ਵੋਟ ਦੇ ਇਖਤਿਆਰ ਨੂੰ ਜ਼ਰੂਰ ਇस्तेमाल ਕਰਨ ਸਾਰੇ वोट वाले दिन। धन्यवाद। हमारे साथ बात करने के लिए थे डिप्टी कमिश्नर और मुख्य चुनाव अधिकारी हैं अमृतसर के गुरप्रीत सिंह खैरा। इनकी ओर से बताया गया किस तरह इस बार रोड मैप तैयार किया गया है कि ताकि नशे का प्रयोग ना हो। पैसा और शराब व दूसरा नशा पानी की तरह उम्मीदवारों की तरफ से बहाया जाता है। पहली बार हुआ है कि कोर्ट ने भी इसका संज्ञान लिया है और चुनाव आयोग को इसके लिए खास हिदायतें भी जारी की हैं। कितने सेंसिटिव बूथ हैं इन्होंने बताया है कि क्रिमिनल्स पर कैसे नज़र रख रही है। इनका मकसद है कि चुनाव संपन्न शांतिपूर्वक कराना, हर तरह की प्रिकॉशन ली जा रही है। जिस तरह उन्होंने बताया, आपके पास यदि कोई सूचना आती है चुनाव से जुड़ी हुई तो 1950 पर आप उसको इनके साथ शेयर कर सकते हैं। आपका नाम गुप्त रखा जाएगा। अमृतसर से D4 न्यूज़ के लिए दीपक भंडारी की खास रिपोर्ट।